ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ। ਉਸਤਤ ਤੋਂ ਭਾਵ ਹੈ ਵਡਿਆਈ। ਸਤਿਗੁਰੂ ਜੀ ਨੇ ਸਾਨੂੰ ਸਮਝਾਉਣਾ ਕੀਤਾ, ਪ੍ਰਮਾਤਮਾ ਬਹੁਤ ਬੇਅੰਤ ਹੈ, ਬੇਅੰਤ ਗੁਣਾਂ ਦਾ ਮਾਲਕ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਅਨੇਕਾਂ ਬੰਦੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਹਨ, ਗੁਣਾਂ ਨੂੰ ਵਿਚਾਰਨਾ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ ਬੰਨਾ ਨਹੀਂ ਲੱਭਦਾ, ਕਿਉਂਕਿ ਪ੍ਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ। ਬੇਅੰਤ ਜੀਵ ਵਾਹਿਗੁਰੂ ਦਾ ਜਸ ਗਾਇਨ ਕਰਦੇ ਹਨ, ਜਿਸ ਦਾ ਨਾ ਕੋਈ ਅਖੀਰ ਹੈ ਤੇ ਨਾ ਹੀ ਕੋਈ ਓੜਕ ਹੈ। ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ। ਹੈ ਨਾਨਕ, ਇਹ ਸਾਰੀ ਸ੍ਰਿਸ਼ਟੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਈ ਕਿਸਮਾਂ ਤੇ ਕਈ ਤਰੀਕਿਆਂ ਦੇ ਨਾਲ ਇਸ ਨੂੰ ਬਣਾਇਆ ਹੈ। ਜਿੱਥੇ ਉਹ ਆਪ ਬੇਅੰਤ ਹੈ, ਉੱਥੇ ਵਾਹਿਗੁਰੂ ਦੀ ਰਚਨਾ ਵੀ ਬੇਅੰਤ ਹੈ। ਉਦਾਹਰਨ ਦੇ ਤੌਰ ਤੇ ਇੱਕ ਦਰਖਤ ਨੂੰ ਹੀ ਆਪਾਂ ਲੈ ਲਈਏ, ਉਹਦੇ ਤੇ ਹਜ਼ਾਰਾਂ ਪੱਤੇ ਨੇ, ਅਣਗਿਣਤ ਨੇ। ਕੋਈ ਵੀ ਪੱਤਾ ਕਿਸੇ ਦੇ ਨਾਲ ਮੇਲ ਨਹੀਂ ਖਾਂਦਾ। ਕਿਸੇ ਦਾ ਆਕਾਰ ਵਿੱਚ ਫਰਕ ਹੈ, ਰੰਗ ਵਿੱਚ ਫਰਕ ਹੋਵੇਗਾ, ਬਣਾਵਟ ਵਿੱਚ ਫਰਕ ਹੋਵੇਗਾ। ਭਾਂਤ ਭਾਂਤ ਦੇ ਜੀਵ ਸਾਜੇ ਨੇ, ਵੱਖ ਵੱਖ ਸ਼ਕਲਾਂ, ਵੱਖ ਵੱਖ ਰੰਗ ਰੂਪ ਦੇ ਕੇ ਵਾਹਿਗੁਰੂ ਜੀ ਨੇ ਜੀਵਾਂ ਨੂੰ ਸਾਜਿਆ ਹੈ। ਹੋਰ ਜੇ ਡੂੰਘਾਈ ਵਿੱਚ ਜਾ ਕੇ ਵਿਚਾਰਨਾ ਹੋਵੇ, ਉਹ ਇੰਨਾ ਬੇਅੰਤ ਹੈ। ਇੱਕੋ ਮਾਂ ਬਾਪ ਤੋਂ ਜਨਮ ਲੈਣ ਵਾਲੇ ਦੋ ਬੱਚਿਆਂ ਦੇ ਹੱਥ ਦੀਆਂ ਰੇਖਾਵਾਂ, ਫਿੰਗਰ ਇੱਕ ਦੂਜੇ ਦੇ ਨਾਲ ਮੇਲ ਨਹੀਂ ਖਾਂਦੇ। ਇੰਨਾ ਬੇਅੰਤ ਹੈ। ਅਸ਼ਟਪਦੀ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ। ਵਾਹਿਗੁਰੂ ਜੀ ਦੀ ਇਸ ਰਚੀ ਹੋਈ ਦੁਨੀਆ ਵਿੱਚ ਕਈ ਕਰੋੜਾਂ ਪੁਜਾਰੀ ਹਨ। ਵਾਹਿਗੁਰੂ ਜੀ ਦੀ ਉਪਾਸਨਾ ਕਰਨ ਵਾਲੇ ਹਨ, ਬੰਦਗੀ ਕਰਨ ਵਾਲੇ ਹਨ। ਕਈ ਕੋਟ ਆਚਾਰ ਵਿਵਹਾਰੀ ਤੇ ਕਈ ਕਰੋੜਾਂ ਐਸੇ ਹਨ ਜੋ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ। ਕਈ ਕੋਟ ਭਈ ਤੀਰਥ ਵਾਸੀ, ਕਈ ਕੋਟ ਬਨ ਭਰਮੈ ਉਦਾਸੀ। ਕਰੋੜਾਂ ਹੀ ਬੰਦੇ ਐਸੇ ਨੇ ਜੋ ਤੀਰਥਾਂ ਤੇ ਜਾ ਕੇ ਵਸ ਗਏ ਨੇ, ਤੀਰਥਾਂ ਦੇ ਵਸਨੀਕ ਹੋ ਗਏ ਨੇ, ਪਵਿੱਤਰ ਅਸਥਾਨ ਸਮਝ ਕੇ। ਕਈ ਕੋਟ ਬਨ ਭਰਮੈ ਉਦਾਸੀ ਤੇ ਕਈ ਕਰੋੜਾਂ ਐਸੇ ਨੇ ਜੋ ਪ੍ਰਮਾਤਮਾ ਨੂੰ ਪਾਉਣ ਦਾ ਯਤਨ ਕਰਦੇ ਹੋਏ ਸੰਸਾਰ ਵੱਲੋਂ ਉਪਰਾਮ ਹੋ ਕੇ ਉਹ ਜੰਗਲਾਂ ਵਿੱਚ ਭਟਕ ਰਹੇ ਨੇ, ਪ੍ਰਮਾਤਮਾ ਦੀ ਭਾਲ ਕਰ ਰਹੇ ਨੇ। ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ। ਕਈ ਕਰੋੜਾਂ ਜੀਵ ਐਸੇ ਨੇ ਜੋ ਵੇਦਾਂ ਆਦਿਕ ਧਾਰਮਿਕ ਗ੍ਰੰਥਾਂ ਨੂੰ ਸੁਣਦੇ ਨੇ, ਸੁਣਨ ਵਾਲੇ ਸਰੋਤੇ ਹਨ। ਤੇ ਕਈ ਕਰੋੜਾਂ ਐਸੇ ਨੇ ਜੋ ਵੱਡੇ ਵੱਡੇ ਤਪੀਏ ਬਣ ਗਏ ਨੇ। ਕਈ ਕੋਟ ਤਪੀਸਰ ਹੋਤੇ ਜੋ ਤਪ ਸਾਧਨਾ ਸਾਧ ਰਹੇ ਨੇ। ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਾਬ ਵਿਚਾਰੈ। ਕਈ ਕਰੋੜਾਂ ਮਨੁੱਖ ਐਸੇ ਹਨ ਆਤਮ ਤੋਂ ਭਾਵੈ ਮਨ ਵਿੱਚ। ਕਈ ਕਰੋੜਾਂ ਮਨੁੱਖ ਆਪਣੇ ਅੰਦਰ, ਆਪਣੇ ਮਨ ਵਿੱਚ ਜਿਹੜੀ ਸੁਰਤ ਹੈ ਉਹ ਪ੍ਰਭੂ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਨੇ। ਕਹਿਣ ਤੋਂ ਭਾਵ ਆਪਣੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਾਉਣ ਦਾ ਯਤਨ ਕਰ ਰਹੇ ਨੇ। ਆਪਣੀ ਜੋ ਸੁਰਤੀ ਹੈ ਉਹ ਪ੍ਰਭੂ ਚਰਨਾਂ ਵਿੱਚ ਜੋੜਨ ਦਾ ਉਹ ਦਿਨ ਰਾਤ ਯਤਨ ਕਰ ਰਹੇ ਨੇ। ਸੁਰਤੀ ਪ੍ਰਭੂ ਦੇ ਨਾਲ ਜੁੜ ਜਾਏ ਤੇ ਇੱਕ ਮਨ ਇੱਕ ਹੋ ਕੇ ਉਹ ਬੰਦਗੀ ਕਰਦੇ ਨੇ, ਵਾਹਿਗੁਰੂ ਦੀ ਇਬਾਦਤ ਕਰਦੇ ਨੇ। ਸੁਰਤ ਪੂਰਨ ਤੌਰ ਤੇ ਪ੍ਰਭੂ ਚਰਨਾਂ ਵਿੱਚ ਜੁੜੇ ਉਹ ਯਤਨਸ਼ੀਲ ਹਨ। ਕਈ ਕੋਟ ਕਬ ਕਾਬ ਵਿਚਾਰੈ ਤੇ ਕਈ ਕਰੋੜਾਂ ਐਸੇ ਨੇ ਜੋ ਪ੍ਰਮਾਤਮਾ ਨੂੰ ਪਾਉਣ ਦੇ ਲਈ, ਪ੍ਰਮਾਤਮਾ ਦੇ ਗੁਣਾਂ ਨੂੰ ਸਮਝਣ ਦੇ ਲਈ ਕਵੀਆਂ ਦੁਆਰਾ ਰਚੀਆਂ ਹੋਈਆਂ ਕਵਿਤਾ ਨੂੰ ਵਿਚਾਰ ਰਹੇ ਨੇ। ਜੋ ਕਵੀ ਲੋਕਾਂ ਨੇ ਕਵਿਤਾਵਾਂ ਨੂੰ ਰਚਿਆ ਹੈ ਉਹਨੂੰ ਵਾਚ ਰਹੇ ਨੇ, ਉਹਦੀ ਵਿਚਾਰ ਕਰ ਰਹੇ ਨੇ। ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨਾ ਪਾਵੈ। ਤੇ ਕਰੋੜਾਂ ਬੰਦੇ ਐਸੇ ਨੇ ਜੋ ਪ੍ਰਭੂ ਦਾ ਨਿਤ ਨਵਾਂ ਨਾਮ ਜਪਦੇ ਨੇ, ਵੱਖ ਵੱਖ ਨਾਵਾਂ ਤੋਂ ਪਰਿਪੂਰਨ ਪ੍ਰਮਾਤਮਾ ਨੂੰ ਯਾਦ ਕਰਦੇ ਨੇ। ਕਿਉਂਕਿ ਉਹ ਹੈ ਇੱਕ, ਪਰ ਉਹਦੇ ਜਿਹੜੇ ਨਾਮ ਨੇ ਉਹ ਅਣਗਿਣਤ ਨੇ, ਬੇਅੰਤ ਨਾਮ ਨੇ। ਉਹਨੂੰ ਬੇਅੰਤ ਨਾਵਾਂ ਦੇ ਨਾਲ ਉਹਦੇ ਸਾਜੇ ਹੋਏ ਜੀਵ ਉਸ ਨੂੰ ਯਾਦ ਕਰਦੇ ਨੇ। ਨਾਨਕ ਕਰਤੇ ਕਾ ਅੰਤ ਨਾ ਪਾਵੈ, ਪਰ ਫਿਰ ਵੀ ਗੁਰੂ ਸਾਹਿਬ ਆਖਦੇ ਨੇ ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਦਾ ਤੇ ਨਾ ਕਿਸੇ ਨੇ ਪਾਇਆ।
ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ। ਵਾਹਿਗੁਰੂ ਦੀ ਇਸ ਰਚੀ ਹੋਈ ਰਚਨਾ ਵਿੱਚ ਕਰੋੜਾਂ ਅਹੰਕਾਰੀ ਜੀਵ ਵੀ ਹਨ ਜੋ ਅਹੰਕਾਰ ਦੇ ਨਾਲ ਭਰੇ ਹੋਏ ਨੇ। ਕਈ ਕੋਟ ਅੰਧ ਅਗਿਆਨੀ ਤੇ ਕਈ ਕਰੋੜਾਂ ਬੰਦੇ ਐਸੇ ਨੇ ਜੋ ਰੱਜ ਕੇ ਜਾਹਲ ਹਨ। ਕਹਿਣ ਤੋਂ ਭਾਵ ਅੰਨੇ ਤੇ ਬੇਸਮਝ ਹਨ, ਮੋਹ ਮਾਇਆ ਵਿੱਚ ਉਲਝੇ ਹੋਏ ਨੇ ਜੋ ਸਚਾਈ ਤੋਂ ਬੇਖਬਰ ਨੇ। ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ। ਕਿਰਪਨ ਤੋਂ ਭਾਵ ਕੰਜੂਸ ਤੇ ਕਠੋਰ ਤੋਂ ਭਾਵ ਸਖਤ ਦਿਲ। ਕਰੋੜਾਂ ਜੀਵ ਐਸੇ ਨੇ ਜੋ ਸੂਮ ਨੇ, ਕੰਜੂਸ, ਰੱਜ ਕੇ, ਜੋ ਕੇਵਲ ਧਨ ਜੋੜ ਸਕਦੇ ਨੇ ਪਰ ਉਹਨੂੰ ਖਰਚਣ ਦਾ ਉਹਨਾਂ ਨੂੰ ਕਹਿ ਸਕਦੇ ਆ, ਖਰਚਣ ਦਾ ਉਹਨਾਂ ਦਾ ਹਿਆ ਨਹੀਂ ਵੀ ਜਿਹੜਾ ਧਨ ਜੋੜਿਆ ਉਹਨੂੰ ਖਰਚ ਕਰ ਲਈਏ। ਉਹ ਕੇਵਲ ਜੋੜ ਸਕਦੇ ਨੇ, ਜੇ ਧਨ ਖਰਚ ਹੋ ਜੇ ਤੇ ਆਖਦੇ ਨੇ ਉਹ ਬਹਿ ਕੇ ਝੂਰਦੇ ਨੇ। ਤੇ ਕਈ ਪੱਥਰ ਦਿਲ ਨੇ ਜਿਨ੍ਹਾਂ ਦੇ ਅੰਦਰ ਬਿਲਕੁਲ ਦਇਆ ਭਾਵਨਾ ਨਹੀਂ। ਕਈ ਕੋਟ ਅਭਿਗ ਆਤਮ ਨਿਕੋਰ। ਅਭਿਗ ਤੋਂ ਭਾਵ ਹੈ ਨਾ ਭਿੱਜਣ ਵਾਲੇ, ਜਿਹੜਾ ਨਰਮ ਨਾ ਹੋਵੇ ਕਿਸੇ ਦਾ ਦੁੱਖ ਵੇਖ ਕੇ। ਕਈ ਕਰੋੜਾਂ ਜੀਵ ਐਸੇ ਨੇ ਜੋ ਅੰਦਰੋਂ ਮਹਾ ਕੋਰੇ ਹਨ, ਬੜੇ ਰੁੱਖੇ ਸੁਭਾਅ ਦੇ ਹਨ। ਉਹ ਕਿਸੇ ਦਾ ਦੁੱਖ ਦੇਖ ਕੇ ਵੀ ਨਹੀਂ ਪਸੀਜਦੇ, ਉਹਨਾਂ ਦੇ ਅੰਦਰ ਦਇਆ ਭਾਵਨਾ ਪੈਦਾ ਨਹੀਂ ਹੁੰਦੀ। ਐਸੇ ਵੀ ਇਸ ਸੰਸਾਰ ਵਿੱਚ ਜੀਵ ਹਨ। ਜਿੱਥੇ ਦਿਆਲੂ ਬਹੁਤ ਨੇ ਉੱਥੇ ਕਠੋਰ ਹਿਰਦੇ ਵਾਲੇ, ਕਠੋਰ ਦਿਲ ਵਾਲੇ ਮਨੁੱਖਾਂ ਦੀ ਵੀ ਕੋਈ ਕਮੀ ਨਹੀਂ। ਕਈ ਕੋਟ ਪਰ ਦਰਬ ਕੋ ਹਿਰੈ, ਦਰਬ ਤੋਂ ਭਾਵ ਹੈ ਧਨ। ਕਈ ਕੋਟ ਪਰ ਦੁੱਖ ਨਾ ਕਰੈ। ਕਈ ਕਰੋੜਾਂ ਬੰਦੇ ਐਸੇ ਨੇ ਜੋ ਦਿਨ ਰਾਤ ਯਤਨਸ਼ੀਲ ਨੇ ਵੀ ਦੂਜਿਆਂ ਦਾ ਧਨ ਚੋਰੀ ਕਰਕੇ, ਹੇਰਾ ਫੇਰੀ ਕਰਕੇ ਆਪਣੇ ਘਰ ਲਿਆਂਦਿਆ ਜਾਏ। ਤੇ ਕਈ ਐਸੇ ਨੇ ਕਰੋੜਾਂ, ਇੱਕ ਨਹੀਂ ਕਰੋੜਾਂ ਨੇ ਐਸੇ ਜੋ ਦੂਜਿਆਂ ਦੀ ਨਿੰਦਿਆ ਕਰਦੇ ਨੇ। ਕਈ ਕੋਟ ਪਰ ਦੁੱਖ ਨਾ ਕਰੈ, ਦੁੱਖ ਨਾ ਤੋਂ ਭਾਵੇਂ ਨਿੰਦਿਆ, ਉਹਨਾਂ ਨੂੰ ਨਿੰਦਾ ਕਰਨ ਵਿੱਚ ਆਨੰਦ ਆਉਂਦਾ ਹੈ। ਕਰੋੜਾਂ ਨੇ ਜੋ ਦਿਨ ਰਾਤ ਨਿੰਦਾ ਕਰ ਰਹੇ ਨੇ। ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ ਪਰਮਾਏ। ਸ਼ਰਮ ਤੋਂ ਭਾਵ ਹੈ ਮਿਹਨਤ। ਕਰੋੜਾਂ ਮਨੁੱਖ ਐਸੇ ਨੇ ਜੋ ਧਨ ਦੌਲਤ ਦੀ ਖਾਤਰ ਮਿਹਨਤ ਵਿੱਚ ਜੁਟੇ ਹੋਏ ਨੇ, ਦਿਨ ਰਾਤ ਮਿਹਨਤ ਕਰਦੇ ਨੇ, ਮਸ਼ੱਕਤ ਕਰਦੇ ਨੇ, ਸਖਤ ਘਾਲਣਾ ਘਾਲਦੇ ਨੇ। ਕਈ ਕੋਟ ਪਰਦੇਸ ਪਰਮਾਏ। ਤੇ ਕਈ ਕਰੋੜਾਂ ਐਸੇ ਜੀਵ ਨੇ, ਐਸੇ ਮਨੁੱਖ ਜੋ ਧਨ ਪਦਾਰਥ ਦੀ ਖਾਤਰ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿੱਚ ਵੀ ਭਟਕ ਰਹੇ ਨੇ ਵੀ ਧਨ ਆਵੇ। ਪਰ ਗੁਰੂ ਸਾਹਿਬ ਆਖਦੇ ਨੇ ਜੀਵਾਂ ਦੇ ਵੱਸ ਕੁਝ ਨਹੀਂ। ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਹੈ ਪ੍ਰਭੂ, ਜਿਸ ਜਿਸ ਆਹਾਰੇ ਤੂੰ ਜੀਵਾਂ ਨੂੰ ਲਾਉਂਦਾ ਹੈ ਉਸੇ ਆਹਾਰ ਜੀਵ ਲੱਗੇ ਹੋਏ ਨੇ ਵੀ ਆਪਣੀ ਮਰਜ਼ੀ ਨਹੀਂ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਹੈ ਨਾਨਕ, ਕਰਤਾਰ ਦੀ ਰਚਨਾ ਦਾ ਭੇਤ ਉਹ ਵਾਹਿਗੁਰੂ ਆਪ ਹੀ ਜਾਣਦਾ ਹੈ, ਹੋਰ ਉਹਦਾ ਕੋਈ ਹੱਦ ਬੰਨਾ ਨਹੀਂ ਲੱਭ ਸਕਿਆ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਵਾਹਿਗੁਰੂ ਜੀ ਇਹ ਰਚੀ ਹੋਈ ਇਸ ਸ੍ਰਿਸ਼ਟੀ ਦੀ ਰਚਨਾ ਵਿੱਚ ਕਰੋੜਾਂ ਪੁਗੇ ਹੋਏ ਤੇ ਕਾਮ ਨੂੰ ਵਸ ਵਿੱਚ ਰੱਖਣ ਵਾਲੇ ਯੋਗੀ ਹਨ, ਜਿਨ੍ਹਾਂ ਨੇ ਕਾਮ ਨੂੰ ਵਸ ਵਿੱਚ ਕਰ ਲਿਆ ਹੈ। ਕਈ ਕੋਟ ਰਾਜੇ ਰਸ ਭੋਗੀ ਤੇ ਕਰੋੜਾਂ ਹੀ ਮੋਜਾਂ ਮਾਣਨ ਵਾਲੇ ਰਾਜੇ ਹਨ, ਜੋ ਰਾਜਿਆਂ ਵਾਂਗੂ ਜੀਵਨ ਬਤੀਤ ਕਰ ਰਹੇ ਨੇ। ਵਾਹਿਗੁਰੂ ਦੇ ਦਿੱਤੇ ਹੋਏ ਪਦਾਰਥਾਂ ਨੂੰ ਭੋਗ ਰਹੇ ਨੇ, ਵਧੀਆ ਖਾ ਰਹੇ ਨੇ, ਵਧੀਆ ਪਾ ਰਹੇ ਨੇ, ਪਰ ਵਾਹਿਗੁਰੂ ਨੂੰ ਭੁੱਲ ਕੇ ਬੈਠੇ ਹੋਏ ਨੇ। ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ। ਰਚਨਾ ਦੀ ਗੱਲ ਕੀਤੀ ਹੈ, ਵਾਹਿਗੁਰੂ ਜੀ ਨੇ ਕਰੋੜਾਂ ਹੀ ਪੰਛੀ ਸੱਪ ਆਦਿ ਪੈਦਾ ਕੀਤੇ ਨੇ। ਵਾਹਿਗੁਰੂ ਜੀ ਨੇ ਕਰੋੜਾਂ ਹੀ ਪੱਥਰ ਤੇ ਰੁੱਖ ਪੈਦਾ ਕੀਤੇ ਨੇ। ਕਈ ਕੋਟ ਪਾਥਰ ਬਿਰਖ ਨਿਪਜਾਏ। ਉਸ ਵਾਹਿਗੁਰੂ ਦੀ ਜੋ ਰਚਨਾ ਹੈ ਬੇਅੰਤ ਹੈ। ਕਈ ਕੋਟ ਪੌਣ ਪਾਣੀ ਵੈ ਸੰਤਰ, ਕਈ ਕੋਟ ਦੇਸ ਭੂ ਮੰਡਲ। ਵੈ ਸੰਤਰ ਤੋਂ ਭਾਵ ਹੈ ਅੱਗ। ਵੀ ਵਾਹਿਗੁਰੂ ਜੀ ਨੇ ਅਨੇਕਾਂ ਤਰ੍ਹਾਂ ਦੀ ਹਵਾ, ਪਾਣੀ, ਅੱਗ, ਇਹ ਤੱਤ ਪੈਦਾ ਕੀਤੇ ਨੇ। ਅੱਗ ਵੀ ਕਈ ਪ੍ਰਕਾਰ ਦੀ ਹੈ, ਪਾਣੀ ਵੀ ਕਈ ਪ੍ਰਕਾਰ ਦਾ। ਕਿਤੇ ਪਾਣੀ ਸਾਨੂੰ ਖਾਰਾ ਮਿਲੇਗਾ, ਕਿਤੇ ਮਿਠਾਸ ਵਾਲਾ, ਕਿਤੇ ਰੰਗ ਸਾਫ਼ ਹੈ, ਕਿਤੇ ਰੰਗ ਮੈਲਾ ਹੈ। ਅੱਗ ਵੀ ਕਈ ਤਰ੍ਹਾਂ ਦੀ ਹੈ, ਜਠਰ ਪੇਟ ਦੀ ਅਗਨ ਹੈ, ਬਾਹਰਲੀ ਅੱਗ ਹੈ।
ਕਈ ਕੋਟ ਦੇਸ ਭੂਮੰਡਲ ਕਰੋੜਾਂ ਹੀ ਦੇਸ ਤੇ ਧਰਤੀਆਂ ਵਾਹਿਗੁਰੂ ਜੀ ਨੇ ਸਾਜੀਆਂ ਨੇ। ਆਪਾਂ ਇੱਕ ਧਰਤੀ ਬਾਰੇ ਜਾਣਦੇ ਹਾਂ। ਅੱਜ ਸਾਇੰਸ ਕਹਿੰਦੀ ਹੈ, ਅੱਜ ਖੋਜ ਕੀਤੀ ਗਈ ਹੈ ਵੀ ਮੰਗਲ ਗ੍ਰਹਿ ਤੇ ਵੀ ਜੀਵਨ ਸੀ, ਉੱਥੇ ਵੀ ਕਦੇ ਜੀਵ ਵਸਦੇ ਸਨ। ਤੇ ਗੁਰਬਾਣੀ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ ਵੀ ਇੱਕ ਧਰਤੀ ਨਹੀਂ, ਕਰੋੜਾਂ ਹੀ ਧਰਤੀਆਂ ਨੇ। ਕਈ ਕੋਟ ਸਸਿਅਰ ਸੂਰ ਨਖੱਤਰ, ਕਈ ਕਰੋੜਾਂ ਚੰਦਰਮਾ ਸੂਰਜ ਤੇ ਤਾਰੇ ਹਨ। ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਅਸੀਂ ਇੱਕ ਇੰਦਰ ਨੂੰ ਜਾਣਦੇ ਜੋ ਦੇਵਤਿਆਂ ਦਾ ਰਾਜਾ ਹੈ, ਪਰ ਗੁਰੂ ਸਾਹਿਬ ਆਖਦੇ ਨੇ ਕਰੋੜਾਂ ਹੀ ਦੇਵਤੇ ਤੇ ਇੰਦਰ ਹਨ ਜਿਨ੍ਹਾਂ ਦੇ ਸਿਰ ਉੱਤੇ ਛਤਰ ਹਨ। ਸਗਲ ਸਮਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਇਹਨਾਂ ਸਾਰੇ ਜੀ ਜਨਤਾ ਤੇ ਪਦਾਰਥਾਂ ਨੂੰ ਪ੍ਰਭੂ ਨੇ ਆਪ ਆਪਣੇ ਹੁਕਮ ਦੇ ਧਾਗੇ ਵਿੱਚ ਪਰੋਇਆ ਹੋਇਆ। ਕਹਿਣ ਤੋਂ ਭਾਵ ਇਹ ਸਾਰੇ ਉਹਦੇ ਹੁਕਮ ਵਿੱਚ ਚੱਲ ਰਹੇ ਨੇ, ਉਹਦੇ ਹੁਕਮ ਤੋਂ ਬਾਹਰ ਨਹੀਂ। ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਹੇ ਨਾਨਕ, ਜੋ ਉਸ ਨੂੰ ਭਾਉਂਦਾ ਹੈ ਉਹ ਉਸ ਨੂੰ ਤਾਰ ਲੈਂਦਾ ਹੈ, ਉਹਦਾ ਪਾਰ ਉਤਾਰਾ ਕਰ ਦਿੰਦਾ ਹੈ, ਆਪਣੇ ਨਾਮ ਦੀ ਦਾਤ ਬਖਸ਼ ਕੇ। ਕਈ ਕੋਟ ਰਾਜਸ ਤਾਮਸ ਸਾਤਕ। ਕਰੋੜਾਂ ਜੀ ਮਾਇਆ ਦੇ ਤਿੰਨ ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ ਵਿੱਚ ਪ੍ਰਭਾਵਿਤ ਨੇ। ਕਿਸੇ ਤੇ ਰਜੋ ਗੁਣ ਹਾਵੀ ਹੈ, ਕਿਸੇ ਦਾ ਸੁਭਾਅ ਤਮੋ ਗੁਣ ਦੇ ਮੁਤਾਬਕ ਹੈ, ਕੋਈ ਸਤੋ ਗੁਣ ਦੇ ਮੁਤਾਬਕ ਜੀਵਨ ਜੀ ਰਿਹਾ ਹੈ। ਕਹਿਣ ਦਾ ਭਾਵ ਕਈ ਕਰੋੜਾਂ ਹੀ ਜੀਵ ਵੱਖ-ਵੱਖ ਸੁਭਾਅ ਵਾਲੇ ਮਾਇਆ ਦੇ ਵੱਖ-ਵੱਖ ਤਿੰਨ ਗੁਣਾਂ ਵਿੱਚ ਗ੍ਰਸੇ ਹੋਏ ਨੇ। ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸ। ਕਰੋੜਾਂ ਬੰਦੇ ਵੇਦ ਪੁਰਾਣ ਸਿਮਰਤੀਆਂ ਤੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਨੇ। ਦਿਨ ਰਾਤ ਉਹ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਰਹੇ ਨੇ, ਵਿਚਾਰ ਰਹੇ ਨੇ। ਕਈ ਕੋਟ ਕੀ ਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ। ਹੁਣ ਗੁਰੂ ਸਾਹਿਬ ਆਖਦੇ ਨੇ ਸਮੁੰਦਰ ਵਿੱਚ ਵਾਹਿਗੁਰੂ ਜੀ ਨੇ ਕਰੋੜਾਂ ਰਤਨ ਪੈਦਾ ਕਰ ਦਿੱਤੇ ਨੇ, ਕਰੋੜਾਂ ਰਤਨ। ਕਈ ਕੋਟ ਨਾਨਾ ਪ੍ਰਕਾਰ ਜੰਤ ਅਤੇ ਕਈ ਕਿਸਮਾਂ ਦੇ ਜੀ ਜੰਤ ਬਣਾ ਦਿੱਤੇ ਨੇ। ਆਪਾਂ ਵੇਖ ਸਕਦੇ ਹਾਂ ਕਿ ਪਾਣੀ ਦੇ ਅੰਦਰ ਕਿੰਨੇ ਜੀਵ ਨੇ, ਬੇਅੰਤ ਤਰ੍ਹਾਂ ਦੇ ਜੀਵ। ਜੇਕਰ ਵੇਖਣਾ ਹੋਵੇ ਤੇ ਆਪਾਂ ਜਦੋਂ ਡਿਸਕਵਰੀ ਚੈਨਲ ਲਗਾਉਂਦੇ ਆ, ਐਸੇ ਐਸੇ ਜੀਵ ਸਮੁੰਦਰ ਵਿੱਚ ਵੇਖਣ ਨੂੰ ਮਿਲਦੇ ਨੇ ਜਿਨ੍ਹਾਂ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਵੀ ਪੈਦਾ ਕੀਤੇ ਹੋਏ ਨੇ। ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਗਿਰੀ ਤੋਂ ਭਾਵ ਹੈ ਪਹਾੜ। ਕਰੋੜਾਂ ਹੀ ਸੋਨੇ ਦੇ ਸੁਮੇਰ ਪਰਬਤ ਬਣ ਗਏ ਨੇ। ਕਹਿਣ ਤੋਂ ਭਾਵ ਪ੍ਰਭੂ ਦੇ ਹੁਕਮ ਦੁਆਰਾ ਅਨੇਕਾਂ ਕਰੋੜ ਪਹਾੜੀਆਂ ਅਤੇ ਪਹਾੜ ਸੋਨੇ ਦੇ ਹੋ ਗਏ ਨੇ। ਕਿਉਂਕਿ ਇਨ੍ਹਾਂ ਪਹਾੜੀਆਂ ਦੀ ਖੁਦਾਈ ਕਰਕੇ ਜਿਹੜੇ ਬੇਸ਼ੁਮਾਰ ਕੀਮਤੀ ਰਤਨ ਨੇ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਕੁਝ ਰਤਨ ਸਮੁੰਦਰ ਵਿੱਚੋਂ, ਸਮੁੰਦਰ ਦੀ ਗਹਿਰਾਈ ਵਿੱਚੋਂ ਪ੍ਰਾਪਤ ਹੁੰਦੇ ਨੇ। ਕੋਈ ਇਹਨਾਂ ਪਹਾੜਾਂ ਨੂੰ ਚੀਰ ਕੇ ਡੂੰਘਾਈ ਵਿੱਚ ਜਾ ਕੇ ਇਹਨਾਂ ਵਿੱਚੋਂ ਕੀਮਤੀ ਰਤਨ ਲਾਲਾਂ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਹੀਰੇ ਆਦਿਕ ਜੋ ਬੇਸ਼ੁਮਾਰ ਕੀਮਤੀ ਨੇ। ਕਈ ਕੋਟ ਜਖੈ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਚ। ਕਰੋੜਾਂ ਹੀ ਜਖ ਕਿੰਨਰ ਤੇ ਪਿਸਾਚ ਹਨ। ਇਹ ਸਾਰੀ ਦੁਨੀਆ ਦੀ ਗੱਲ ਕੀਤੀ ਹੈ। ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਚ। ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ। ਦੇਖੋ ਗੁਰੂ ਸਾਹਿਬ ਨੇ ਸਾਰੀ ਗੱਲ ਸਾਨੂੰ ਸਪਸ਼ਟ ਕਰ ਦਿੱਤੀ ਹੈ। ਸ਼ੂਕਰ ਤੋਂ ਭਾਵ ਹੈ ਸੂਰ, ਮਿਰਗਾਚ ਤੋਂ ਭਾਵ ਹੈ ਮਿਰਗ, ਹਿਰਨਾਂ ਨੂੰ ਖਾਣ ਵਾਲਾ ਸ਼ੇਰ। ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ। ਸਭ ਤੇ ਨੇੜੇ ਸਭੂ ਤੇ ਦੂਰ। ਵਾਹਿਗੁਰੂ ਨੂੰ ਸਭਨਾਂ ਦੇ ਨੇੜੇ ਵੀ ਹੈ ਤੇ ਦੂਰ ਵੀ ਹੈ। ਜਿਹਨੂੰ ਆਪ ਨੇੜੇ ਜੜਾਏ ਉਹਨੂੰ ਵਾਹਿਗੁਰੂ ਨੇੜੇ ਨਜ਼ਰ ਆਉਂਦਾ ਹੈ। ਜਿਸ ਨੂੰ ਦੂਰ ਜੜਾਏ ਉਹ ਵਾਹਿਗੁਰੂ ਨੂੰ ਆਪਣੇ ਤੋਂ ਦੂਰ ਸਮਝਦਾ ਹੈ। ਆਪਣੇ ਹੱਥ ਵਸ ਕੁਝ ਨਹੀਂ, ਨਾਨਕ ਆਪ ਅਲਿਪਤ ਰਿਹਾ ਭਰਪੂਰ। ਹੇ ਨਾਨਕ, ਵਾਹਿਗੁਰੂ ਆਪ ਸਭ ਥਾਈਂ ਵਿਆਪਕ ਹੈ ਵੀ ਤੇ ਹੈ ਵੀ ਨਿਰਲੇਪ। ਹੈ ਸਭਨਾਂ ਦੇ ਅੰਦਰ, ਪਰ ਉਹ ਸੰਸਾਰਕ ਮੋਹ ਮਾਇਆ ਤੋਂ ਨਿਰਲੇਪ ਹੈ। ਉਹਦੇ ਤੇ ਸੰਸਾਰਕ ਮੋਹ ਮਾਇਆ ਦਾ ਪ੍ਰਭਾਵ ਨਹੀਂ, ਕਾਲ ਦਾ ਪ੍ਰਭਾਵ ਨਹੀਂ। ਉਹ ਜੂਨਾਂ ਵਿੱਚ ਨਹੀਂ ਹੁੰਦਾ,
ਉਹ ਆਪਣੇ ਆਪ ਤੋਂ ਆਪ ਪ੍ਰਕਾਸ਼ ਹੋਇਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜਿਆ ਕਰ ਆਸਨ ਡਿਠੋ ਚਾਓ। ਸੋ ਅੱਜ ਆਪਾਂ 10ਵੀਂ ਅਸ਼ਟਪਦੀ ਦੇ ਪਹਿਲੇ 4 ਬੰਦ ਵਿਚਾਰੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰਨ। ਆਪਾਂ ਸਤਿਗੁਰੂ ਜੀ ਕੋਲ ਦੋਨੋਂ ਹੱਥ ਜੋੜ ਕੇ ਇਹ ਅਰਦਾਸ ਕਰੀਏ, ਵਾਹਿਗੁਰੂ ਜੀ ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰੋ, ਕਿਉਂਕਿ ਨਾਮ ਜਪਿਆਂ ਬਗੈਰ ਸਾਡਾ ਪਾਰ ਉਤਾਰਾ ਨਹੀਂ। ਅਰਦਾਸ ਕਰਨੀ ਹੈ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਸਗਲ ਦਵਾਰ ਕੋ ਛਾੜ ਕੇ ਗੇਹੋ, ਤੁਹਾਰੋ ਦਵਾਰ ਬਾਹੀ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਹੈ ਵਾਹਿਗੁਰੂ, ਤੁਹਾਡੀ ਸ਼ਰਨ ਵਿੱਚ ਆ ਗਏ ਹਾਂ, ਤੁਹਾਡੇ ਦੁਆਰੇ ਤੇ ਆ ਗਏ ਹਾਂ। ਹੇ ਵਾਹਿਗੁਰੂ ਜੀ, ਹੁਣ ਸ਼ਰਨ ਆਇਆਂ ਦੀ ਲਾਜ ਰੱਖ ਲਿਓ, ਕਿਉਂਕਿ ਤੁਸੀਂ ਦਿਆਲੂ ਹੋ, ਕਿਰਪਾਲੂ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਤੁਹਾਡਾ ਸੁਭਾਅ ਹੈ। ਤੁਸੀਂ ਜੀਵਾਂ ਦੇ ਔਗਣ ਨਹੀਂ ਵੇਖਦੇ। ਹੇ ਵਾਹਿਗੁਰੂ ਜੀ, ਸਾਡੇ ਵੀ ਔਗਣ ਨਾ ਵਿਚਾਰਿਓ, ਕਿਉਂਕਿ ਤੁਹਾਡਾ ਸੁਭਾਅ ਹੈ ਪਿਛਲੇ ਔਗਣ ਬਖਸ਼ ਲੇ, ਪ੍ਰਭ ਆਗੇ ਮਾਰਗ ਪਾਵੇ। ਪਿਛਲੇ ਔਗਣਾਂ ਨੂੰ ਨਹੀਂ ਚਿਤਾਰਦੇ, ਕੰਠ ਲਾਏ ਔਗਣ ਸਭ ਮਿਟੈ, ਦਿਆਲ ਪੁਰਖ ਬਖਸ਼ੰਦ। ਹੈ ਵਾਹਿਗੁਰੂ ਜੀ, ਸਾਨੂੰ ਵੀ ਬਖਸ਼ ਲਿਓ, ਕਿਰਪਾ ਕਰੋ, ਨਾਮ ਦੀ ਦਾਤ ਬਖਸ਼ਣੀ। ਆਓ ਗੱਜ ਵੱਜ ਕੇ ਫਤਿਹ ਬੁਲਾਈਏ, ਭੁਲਾਂ ਚੁੱਕਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।